बिस्मिल्लाहिर्रहमानिर्रहीम। अस्सलाम वालेकुम स्टूडेंट्स। ਅੱਜ ਦੇ ਇਸ ਲੈਕਚਰ ਵਿੱਚ ਅਸੀਂ ਮੀਆਂ ਮੁਹੰਮਦ ਬਖਸ਼ ਹੋਰਾਂ ਦੀ ਹਯਾਤੀ ਤੇ ਉਹਨਾਂ ਦੇ ਫਨ ਬਾਰੇ ਗੱਲ ਕਰਾਂਗੇ। ਮੀਆਂ ਮੁਹੰਮਦ ਬਖਸ਼ ਪੰਜਾਬੀ ਜ਼ੁਬਾਨ ਦੇ ਇੱਕ ਬਹੁਤ ਉੱਚੇ ਤੇ ਮਹਾਨ ਸ਼ਾਇਰ ਨੇ। ਉਹਨਾਂ ਦੀ ਕਿਤਾਬ ਸੈਫੁਲ ਮੁਲੂਕ ਜਿਹੜੀ ਕਿ ਸ਼ਾਇਰੀ ਦੀ ਕਿਤਾਬ ਹੈ ਔਰ ਇੱਕ ਮਸਨਵੀ ਹੈ, ਇਹ ਹੀਰ ਵਾਰਿਸ ਸ਼ਾਹ ਦੇ ਵਾਂਗੂ ਪੰਜਾਬੀ ਦੇ ਵਿੱਚ ਅੰਤਾਂ ਦੇ ਹਿਸਾਬ ਨਾਲ ਪੜ੍ਹੀ ਜਾਣ ਵਾਲੀ ਕਿਤਾਬ ਹੈ ਤੇ ਉਹਨਾਂ ਦੇ ਸ਼ੇਰ ਲੱਖਾਂ ਬੰਦਿਆਂ ਨੂੰ ਜ਼ੁਬਾਨੀ ਯਾਦ ਨੇ। ਇਹ ਦਾਸਤਾਨ ਇੱਕ ਪਰੀ ਔਰ ਇੱਕ ਸ਼ਹਿਜ਼ਾਦੇ ਦੀ ਮੁਹੱਬਤ ਦੀ ਇੱਕ ਲਾਜ਼ਵਾਲ ਕਹਾਣੀ ਹੈ, ਲੇਕਿਨ ਇਸ ਕਹਾਣੀ ਨੂੰ ਮੀਆਂ ਮੁਹੰਮਦ ਬਖਸ਼ ਹੋਰਾਂ ਨੇ ਇਸ ਤਰ੍ਹਾਂ ਬਿਆਨ ਕੀਤਾ ਹੈ ਕਿ ਲਫ਼ਜ਼ ਨਹੀਂ ਰਹਿ ਗਏ ਬਲਕਿ ਮੋਤੀ ਬਣਾ ਛੱਡੇ ਨੇ ਉਹਨਾਂ ਨੇ। ਆਪ ਮੀਆਂ ਮੁਹੰਮਦ ਬਖਸ਼ 1830 ਵਿੱਚ ਚੱਕ ਠਾਕਰਾ ਇਲਾਕਾ ਖੜੀ ਸ਼ਰੀਫ ਜ਼ਿਲ੍ਹਾ ਮੀਰਪੁਰ ਆਜ਼ਾਦ ਕਸ਼ਮੀਰ ਵਿੱਚ ਪੈਦਾ ਹੋਏ। ਆਪ ਦੇ ਵਾਲਿਦ ਸ਼ਮਸੁੱਦੀਨ ਕਾਦਰੀ ਹਜ਼ਰਤ ਪੀਰ ਗਾਜ਼ੀ ਉਰਫ ਦਮੜੀ ਵਾਲੀ ਸਰਕਾਰ ਦੇ ਗੱਦੀ ਨਸ਼ੀਨ ਸਨ। ਆਪ ਬਹੁਤ ਹੀ नेक इंसान सन। मियाँ मुहम्मद बख्श होरां ने अपनी मुढ़ली तालीम अपने अब्बा जी कोलों हासिल की ते फिर चक ठाकरा दे कोल एक पिंड समवाल शरीफ दे हाफिज मुहम्मद अली ते हाफिज नासिर अली कोलों ज़ाहरी ते बातनी इल्म हासिल किया। आप दे वालिद मियाँ शमसुद्दीन रहमतुल्लाह अलैह दी वफात हुई तां आप दे वड्डे भरा मियाँ बहावल बख्श गद्दी नशीन बने और मियाँ मुहम्मद बख्श रहमतुल्लाह अलैह इल्म हासिल करन विच रुझे रहे। उन्हां इल्म हासिल करन लई सारे कश्मीर दा पैदल सफ़र किया। रूहानी इल्म हासिल करन लई उन्हां साईं गुलाम मुहम्मद शरीफ दे हथ ते बैत की। इसे ज़माने विच ही उन्होंने शेर आखने शुरू कर दिते। उन्हां दा शायरी दा यह वसफ उन्होंने अल्लाह वालों हासिल होया सी। 1279 विच उन्हां सिर्फ 32 साल की उम्र विच सैफुल मुलूक वर्गी शाहकार किताब तख्लीक कर ली। मियाँ मुहम्मद बख्श होरां ने सारी हयाती विआह नहीं किया। जदों वो वड्डे भरा दे गद्दी नशीन बने ते सारा दिन इबादत करते और लोगों नूं वाज फरमाते दीन दी तबलीग विच रुझे रहंदे। आपने मियाँ मुहम्मद बख्श होरां ने 1907 विच खड़ी शरीफ विच ही विसाल फरमाया ते पीर गाजी शाह उर्फ दमड़ी वाला पीर होरां दे मज़ार शरीफ दे कोल ही उन्हां नूं दफन किया गया, जिथे हर साल हज दे महीने विच उन्हां दा उर्स बड़ी शान नाल मनाया जाता है। मियाँ मुहम्मद बख्श होरां दी हयाती दा एक हल्का जिहा तारुफ सी। असी हुण उन्हां दीआं लिखियां होईयां किताबां बारे गल करदे हां। हुण तक दी तहकीक दे मुताबिक मियाँ मुहम्मद बख्श होरां ने 17 किताबां लिखियां सन, जिन्हां विचों सोनी महीवाल, तोहफा मीरा, नरंगे इश्क, शीरीं फरहाद, सैफुल मलूक, तोहफा रसूलिया, किस्सा शाह मंसूर सखी, ख्वास खां, मिर्ज़ा साहिबा, पंज गंज, हीर रांझा ते सी हरफी मियाँ मुहम्मद बख्श ये बहुत ज़्यादा मशहूर ने। पर इन्हां सारियां लिखतां विचों सैफुल मुलूक मियाँ मुहम्मद बख्श होरां दी वो शाहकार तसनीफ है जिहदे हज़ारां शेर लोगों नूं जुबानी याद ने और ये लोगों लई रुश्तो हदायत दा काम दिंदे ने। अगर असी मियाँ मुहम्मद बख्श होरां दियां लिखतां दा फनी फिक्री वेरवा पेश करिए ते असी
ਇਹਦੇ ਵਿੱਚ ਜਿਹੜੀਆਂ ਖੂਬੀਆਂ ਸਾਨੂੰ ਵਿਖਾਲੀ ਦਿੰਦੀਆਂ ਨੇ ਉਹਨਾਂ ਬਾਰੇ ਗੱਲ ਕਰੀਏ ਤੇ ਸੋਜ਼ ਤੇ ਗੁਦਾਜ਼ ਇਹਦਾ ਪਹਿਲੂ ਜਿਹੜਾ ਹੈ ਇਹ ਆਪ ਦੀ ਸ਼ਾਇਰੀ ਵਿੱਚ ਬਹੁਤ ਜ਼ਿਆਦਾ ਨੁਮਾਇਆ ਹੈ। ਮੀਆਂ ਮੁਹੰਮਦ ਬਖਸ਼ ਹੋਰਾਂ ਦੀ ਹਯਾਤੀ ਬੜੇ ਦੁੱਖਾਂ ਵਿੱਚ ਗੁਜ਼ਰੀ, ਸ਼ਾਇਦ ਇਸੇ ਕਰਕੇ ਹੀ ਉਹਨਾਂ ਦੀ ਸ਼ਾਇਰੀ ਵਿੱਚ ਸਾਨੂੰ ਸੋਜ਼ ਤੇ ਗੁਦਾਜ਼ ਬਹੁਤ ਜ਼ਿਆਦਾ ਨਜ਼ਰ ਆਉਂਦਾ ਹੈ ਔਰ ਪੜ੍ਹਨ ਵਾਲੇ ਦੇ ਦਿਲ ਨੂੰ ਵੀ ਇਹ ਟੁੰਬਦਾ ਹੈ। ਉਹ ਆਪ ਹੀ ਲਿਖਦੇ ਨੇ ਕਿ ਜਿਨ੍ਹਾਂ ਤਲਬ ਕਿੱਸੇ ਦੀ ਹੋਸੀ ਸੁਣ ਕਿੱਸਾ ਖੁਸ਼ ਹੋਸਨ। ਤੋ ਕਈ ਸ਼ੇਰਾਂ ਵਿੱਚ ਸਾਨੂੰ ਇਹਨਾਂ ਦਾ ਸੋਜ਼ ਔਰ ਗੁਦਾਜ਼ ਇਸ ਕਿੱਸੇ ਦੇ ਵਿੱਚ ਵਿਖਾਲੀ ਦਿੰਦਾ ਹੈ। ਫਿਰ ਅਖਲਾਕੀ ਤਰਬੀਅਤ ਦਾ ਜਿਹੜਾ ਰੰਗ ਹੈ ਉਹ ਮੀਆਂ ਮੁਹੰਮਦ ਬਖਸ਼ ਹੋਰਾਂ ਦੀ ਤਸਨੀਫ ਸੈਫੁਲ ਮਲੂਕ ਦਾ ਬਹੁਤ ਹੀ ਨੁਮਾਇਆ ਪਹਿਲੂ ਹੈ। ਉਹਨਾਂ ਨੂੰ ਆਪਣੀ ਇਸ ਲਿਖਤ ਦੀ ਕਹਾਣੀ ਦੇ ਦੌਰਾਨ ਜਿੱਥੇ ਵੀ ਮੌਕਾ ਮਿਲਿਆ ਉਹਨਾਂ ਨੇ ਅੰਤਾਂ ਦੇ ਹਿਸਾਬ ਨਾਲ ਅਜਿਹੇ ਸ਼ੇਰ ਲਿਖੇ ਜਿਨ੍ਹਾਂ ਵਿੱਚੋਂ ਅਖਲਾਕੀ ਦਰਸ ਡੁੱਲ ਪੈਂਦਾ ਹੈ। ਜਿਸ ਤਰ੍ਹਾਂ ਉਹਨਾਂ ਦੇ ਸ਼ੇਰ ਇੱਕ ਕਿਸਮ ਦੀ ਕਹਾਵਤਾਂ ਔਰ ਜ਼ਰਬੁਲ ਮਿਸਲਾਂ ਦੀ ਸ਼ਕਲ ਇਖਤਿਆਰ ਕਰਦੇ ਨੇ। ਉਹ ਲਿਖਦੇ ਨੇ, ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਾ ਪਾਇਆ, ਨੀਚਾਂ ਦੀ ਅਸ਼ਨਾਈ ਕੋਲੋਂ ਫੈਜ਼ ਕਿਸੇ ਨਾ ਪਾਇਆ, ਕਿੱਕਰ ਤੇ ਅੰਗੂਰ ਚੜ੍ਹਾਇਆ, ਹਰ ਗੁੱਛਾ ਜ਼ਖਮਾਇਆ। ਫਿਰ ਇੱਕ ਹੋਰ ਥਾਂ ਮਜ਼ਹਬ ਦੇ ਹਵਾਲੇ ਨਾਲ ਗੱਲ ਕਰਦੇ ਹੋਏ ਆਪ ਲਿਖਦੇ ਨੇ, ਲੋਏ ਲੋਏ ਭਰ ਲੈ ਕੁੜੀਏ ਜੇ ਤੁਧ ਭਾਂਡਾ ਭਰਨਾ, ਲੋਏ ਲੋਏ ਭਰ ਲੈ ਕੁੜੀਏ ਜੇ ਤੁਧ ਭਾਂਡਾ ਭਰਨਾ, ਸ਼ਾਮ ਪਈ ਬਿਨ ਸ਼ਾਮ ਮੁਹੰਮਦ ਘਰ ਜਾਂਦੀ ਨੇ ਡਰਨਾ। ਫਿਰ ਤਸਵੁਫ ਦਾ ਰੰਗ ਬਹੁਤ ਨੁਮਾਇਆ ਹੈ। ਦੂਜੇ ਸੂਫੀ ਸ਼ਾਇਰਾਂ ਵਾਂਗੋਂ ਮੀਆਂ ਮੁਹੰਮਦ ਬਖਸ਼ ਹੋਰਾਂ ਨੇ ਵੀ ਤਸਵੁਫ ਦੀਆਂ ਬਾਰੀਕੀਆਂ ਨੂੰ ਤਫਸੀਲ ਨਾਲ ਤੇ ਬਿਆਨ ਨਹੀਂ ਕੀਤਾ, ਲੇਕਿਨ ਫਿਰ ਵੀ ਉਹਨਾਂ ਦੀ ਸ਼ਾਇਰੀ ਵਿੱਚ ਸਾਨੂੰ ਫਲਸਫਾ ਵਹਦਤੁਲ ਵਜੂਦ ਬਹੁਤ ਜਗ੍ਹਾ 'ਤੇ ਸਾਫ਼ ਵਿਖਾਲੀ ਦਿੰਦਾ ਹੈ। ਉਹ ਆਖਦੇ ਨੇ ਕਿ ਇਸ਼ਕ ਹਕੀਕੀ ਇਖਤਿਆਰ ਕਰਨ ਨਾਲ ਬੰਦੇ ਵਿੱਚ ਇਨਸਾਨੀਅਤ ਪੈਦਾ ਹੁੰਦੀ ਹੈ ਔਰ ਉਹ ਦਿਲ ਜਿਹੜੇ ਰੱਬ ਦੀ ਮੁਹੱਬਤ ਇਖਤਿਆਰ ਨਹੀਂ ਕਰਦੇ ਉਹਨਾਂ ਨੂੰ ਇਸ ਦੁਨੀਆ ਵਿੱਚ ਆ ਕੇ ਕੁਝ ਹਾਸਿਲ ਨਹੀਂ ਹੁੰਦਾ। ਜਿਸ ਤਰ੍ਹਾਂ ਉਹਨਾਂ ਨੇ ਇੱਕ ਬੜਾ ਹੀ ਸ਼ਾਨਦਾਰ ਸ਼ੇਰ ਲਿਖਿਆ, ਜਿਨ੍ਹਾਂ ਇਸ਼ਕ ਕਬੂਲ ਨਾ ਕੀਤਾ ਐਵੇਂ ਹੀ ਆ ਬਗੁੱਤੇ। ਆ ਬਗੁੱਤੇ ਦਾ ਮਤਲਬ ਹੈ ਐਵੇਂ ਹੀ ਆ ਕੇ ਇਸ ਦੁਨੀਆ 'ਚ ਰਹੇ। ਇਸ਼ਕੇ ਬਾਜ ਮੁਹੰਮਦ ਬਖਸ਼ਾ ਕਿਆ ਆਦਮ ਕਿਆ ਕੁੱਤੇ, ਯਾਨੀ ਜਦੋਂ ਤੱਕ ਤੁਹਾਨੂੰ ਰੱਬ ਦੀ ਪਹਿਚਾਣ ਨਹੀਂ ਉਦੋਂ ਤੱਕ ਤੁਸੀਂ ਇਨਸਾਨ ਹੋਣ ਦਾ ਵੀ ਹੱਕ ਅਦਾ ਨਹੀਂ ਕਰਦੇ। ਫਿਰ ਇੱਕ ਹੋਰ ਬੜੀ ਖੂਬੀ ਉਹਨਾਂ ਦੀ ਸ਼ਾਇਰੀ ਵਿੱਚ ਜਿਹੜੀ ਮੌਜੂਦ ਹੈ ਉਹ ਹੈ ਉਹਨਾਂ ਦੀ ਆਜਜ਼ੀ ਤੇ ਇਨਕਸਾਰੀ। ਅੱਲਾਹ ਤਾਲਾ ਨੇ ਮੀਆਂ ਮੁਹੰਮਦ ਬਖਸ਼ ਹੋਰਾਂ ਦੀ ਸ਼ਖਸੀਅਤ ਵਿੱਚ ਹੀ ਆਜਜ਼ੀ ਤੇ ਇਨਕਸਾਰੀ ਬਹੁਤ ਜ਼ਿਆਦਾ ਭਰੀ ਹੋਈ ਸੀ ਔਰ ਇਹੋ ਆਜਜ਼ੀ ਤੇ ਇਨਕਸਾਰੀ ਸਾਨੂੰ ਉਹਨਾਂ ਦੇ ਕਲਾਮ ਵਿੱਚ ਵਿਖਾਲੀ ਦਿੰਦੀ ਹੈ। ਔਰ ਬੇਸ਼ੁਮਾਰ ਅਸ਼ਾਰ ਜਿਹੜੇ ਨੇ ਉਹ ਆਪਨੇ ਇਸ ਮਸਨਵੀ ਵਿੱਚ ਆਪਣੀ ਆਜਜ਼ੀ ਔਰ ਇਨਕਸਾਰੀ ਨੂੰ ਬਿਆਨ ਕਰਦੇ ਹੋਏ ਲਿਖੇ ਨੇ। ਇੱਕ ਜਗ੍ਹਾ ਲਿਖਦੇ ਨੇ, ਮੈਂ ਪਾਪੀ ਸ਼ਰਮਿੰਦਾ ਝੂਟਾ ਭਰਿਆ ਨਾਲ ਗੁਨਾਹਾਂ, ਮੈਂ ਪਾਪੀ ਸ਼ਰਮਿੰਦਾ ਝੂਟਾ ਭਰਿਆ ਨਾਲ ਗੁਨਾਹਾਂ, ਹਿੱਕੋ ਆਸ ਤੁਸਾਡੇ ਦਰਦੀ ਨਾ ਕੋਈ ਹੋਰ ਪਨਾਵਾਂ। ਫਿਰ ਇੱਕ ਹੋਰ ਬੜੀ ਖੂਬੀ ਸ਼ਾਇਰ ਦੀ ਉਹ ਹੈ ਇਹਨਾਂ ਦੀ ਮੰਜ਼ਰ ਨਿਗਾਰੀ। ਮੀਆਂ ਮੁਹੰਮਦ ਬਖਸ਼ ਹੋਰਾਂ ਨੂੰ ਮੰਜ਼ਰ ਨਿਗਾਰੀ ਉੱਤੇ ਬੜਾ ਹੀ ਅਬੂਰ ਹਾਸਿਲ ਹੈ। ਉਹਨਾਂ ਆਪਣੀ ਮਸਨਵੀ ਵਿੱਚ ਮੈਦਾਨੇ ਜੰਗ ਦਾ ਨਕਸ਼ਾ ਵੀ ਖਿੱਚਿਆ ਹੈ ਔਰ ਇਹ ਇੰਨਾ ਖੂਬਸੂਰਤ ਹੈ ਕਿ ਤੁਸੀਂ ਇਸ ਨੂੰ ਪੜ੍ਹੋ ਅਤੇ ਤੁਹਾਨੂੰ ਇੰਝ ਲੱਗਦਾ ਹੈ ਜਿਸ ਤਰ੍ਹਾਂ ਤੁਸੀਂ ਕਿੱਸਾ ਨਹੀਂ ਪੜ੍ਹੇ ਬਲਕਿ ਤੁਸੀਂ ਮੈਦਾਨੇ ਜੰਗ ਵਿੱਚ ਮੌਜੂਦ ਹੋ ਔਰ ਸਭ ਕੁਝ ਆਪਣੀਆਂ ਅੱਖਾਂ ਦੇ ਨਾਲ ਵੇਖ ਰਹੇ ਹੋ। ਔਰ ਇਹ ਕਿਸੇ ਵੀ ਸ਼ਾਇਰ ਦਾ ਆਪਣੇ ਫਨ ਉੱਤੇ ਮੁਕੰਮਲ ਅਬੂਰ ਹੋਣ ਦਾ ਇੱਕ ਵਸਫ ਹੁੰਦਾ ਹੈ ਜਿਹੜਾ ਉਹਦੇ ਕਲਾਮ ਦੇ ਵਿੱਚੋਂ ਜ਼ਾਹਿਰ ਹੁੰਦਾ ਹੈ। ਫਿਰ ਸਾਦਾ ਤੇ ਆਮ ਫਹਿਮ ਜ਼ੁਬਾਨ ਜਿਹੜੀ ਹੈ ਉਹ ਆਪਨੇ ਇਸਤੇਮਾਲ ਕੀਤੀ ਹੈ। ਮੀਆਂ ਮੁਹੰਮਦ ਬਖਸ਼ ਹੋਰਾਂ ਨੇ ਹਰ ਆਪਣੀ ਮਸਨੀ ਦੇ ਸ਼ੇਰ ਵਿੱਚ ਸਾਦਾ ਜ਼ੁਬਾਨ ਇਸਤੇਮਾਲ ਕੀਤੀ ਹੈ ਔਰ ਉਹਨਾਂ ਦੇ ਸ਼ੇਰਾਂ ਵਿੱਚ ਪੰਜਾਬੀ ਦੇ ਨਾਲ ਨਾਲ ਸਾਨੂੰ ਫਾਰਸੀ ਦੇ ਲਫ਼ਜ਼ ਵੀ ਨਜ਼ਰ ਆਉਂਦੇ ਨੇ ਪਰ ਉਹ ਓਪਰੇ ਨਹੀਂ ਲੱਗਦੇ ਬਲਕਿ ਸਾਨੂੰ ਇਸ ਦਾ ਹੀ ਪੰਜਾਬੀ ਦਾ ਹੀ ਇੱਕ ਹਿੱਸਾ ਲੱਗਦੇ ਨੇ।
ਔਰ ਇਸ ਦੇ ਨਾਲ ਕਿਸੇ ਵੀ ਉੱਚੇ ਤੇ ਸੁੱਚੇ ਸ਼ਾਇਰ ਦੀ ਤਰ੍ਹਾਂ ਉਹਨਾਂ ਨੇ ਆਪਣੇ ਵਕਤ ਦੇ ਸਮਾਜੀ ਹਾਲਾਤ ਨੂੰ ਵੀ, ਸਮਾਜੀ ਸੂਰਤ ਹਾਲ ਨੂੰ ਵੀ ਆਪਣੇ ਸ਼ੇਅਰਾਂ ਵਿੱਚ ਜਗ੍ਹਾ ਦਿੱਤੀ ਹੈ, ਜਿਸ ਤੋਂ ਪਤਾ ਲੱਗਦਾ ਹੈ ਕਿ ਉਸ ਵੇਲੇ ਪੰਜਾਬ ਦੀਆਂ ਰਸਮਾਂ ਰੀਤਾਂ, ਰਹਿਤਲ ਬਹਿਤਲ ਔਰ ਲੋਕਾਂ ਦਾ ਅਖਲਾਕ ਤੇ ਸਮਾਜੀ ਤੇ ਸਿਆਸੀ ਹਾਲਤ ਕਿਸ ਤਰ੍ਹਾਂ ਦੀ ਸੀ। ਮੀਆਂ ਮੁਹੰਮਦ ਬਖਸ਼ ਦੀ ਇਹ ਕਿਤਾਬ ਸੈਫੁਲ ਮਲੂਕ ਸਾਨੂੰ ਇਹਨਾਂ ਚੀਜ਼ਾਂ ਤੋਂ ਵੀ ਰੋਸ਼ਨਾਸ ਕਰਾਉਂਦੀ ਹੈ। ਔਰ ਅਗਰ ਅਸੀਂ ਇਹਨਾਂ ਦੀ ਇਹ ਕਿਤਾਬ ਪੜ੍ਹੀਏ, ਸੈਫੁਲ ਮਲੂਕ ਜ਼ਾਹਰੀ ਤੌਰ 'ਤੇ ਇੱਕ ਕਿੱਸਾ ਹੈ, ਕਿੱਸਾ ਗੋਈ ਦੀ ਕਹਾਣੀ ਹੈ, ਇੱਕ ਦਾਸਤਾਨ ਬਿਆਨ ਕੀਤੀ ਗਈ ਹੈ, ਲੇਕਿਨ ਇਹਦੇ ਵਿੱਚ ਸਾਨੂੰ ਉਸ ਦੌਰ ਦਾ ਪੂਰਾ ਜਿਹੜਾ ਨਕਸ਼ਾ ਹੈ ਉਹ ਵੀ ਸਾਨੂੰ ਵਿਖਾ ਲਈ ਦਿੰਦਾ ਹੈ। ਉਹਨਾਂ ਨੇ ਕਿਧਰੇ ਜਿੱਥੇ ਉਹਨਾਂ ਨੂੰ ਮੌਕਾ ਮਿਲਿਆ, ਉਹਨਾਂ ਨੇ ਆਪਣੀ ਕਿਤਾਬ ਦੇ ਵਿੱਚ ਉਹਨਾਂ ਨੇ ਆਪਣੇ ਇਲਾਕੇ ਦੀ, ਆਪਣੇ ਲੋਕਾਂ ਦੀ ਸੋਚ, ਆਪਣੇ ਲੋਕਾਂ ਦੀ ਖੁਸ਼ੀ, ਆਪਣੇ ਲੋਕਾਂ ਦਾ ਗਮ, ਆਪਣੇ ਲੋਕਾਂ ਦਾ ਤੌਰ ਤਰੀਕਾ ਔਰ ਮਾਸ਼ਰੇ ਦੇ ਵਿੱਚ ਰਹਿਣ ਸਹਿਣ ਦੇ ਤੌਰ ਤਰੀਕੇ ਜਿਹੜੇ ਨੇ ਉਹਨਾਂ ਨੂੰ ਕਿਤਾਬ ਵਿੱਚ ਸ਼ਾਮਿਲ ਕੀਤਾ ਹੈ। ਫਿਰ ਅਕਲ ਔਰ ਮਤ ਦੀਆਂ ਗੱਲਾਂ ਜਿਹੜੀਆਂ ਨੇ ਇਹ ਵੀ ਬਹੁਤ ਜ਼ਿਆਦਾ ਆਪਣੇ ਕਲਾਮ ਵਿੱਚ ਜਿੱਥੇ ਉਹਨਾਂ ਨੂੰ ਮੌਕਾ ਮਿਲਿਆ ਹੈ, ਉਹਨਾਂ ਨੇ ਇਲਮ ਔਰ ਦਾਨਿਸ਼ ਦੀਆਂ ਗੱਲਾਂ ਵੀ ਸਾਡੇ ਸਾਹਮਣੇ ਪੇਸ਼ ਕੀਤੀਆਂ ਨੇ। ਜਿਸ ਤਰ੍ਹਾਂ ਉਹ ਇੱਕ ਜਗ੍ਹਾ ਲਿਖਦੇ ਨੇ ਕਿ ਸਦਾ ਨਾ ਰਸਦ ਬਾਜ਼ਾਰੀ ਵਿਕਸੀ, ਸਦਾ ਨਾ ਰੌਨਕ ਸ਼ਹਿਰਾਂ, ਸਦਾ ਨਾ ਮੌਜ ਜਵਾਨੀ ਵਾਲੀ, ਸਦਾ ਨਾ ਨਦੀਆਂ ਲਹਿਰਾਂ। ਔਰ ਫਿਰ ਇੱਕ ਜਗ੍ਹਾ ਸਾਨੂੰ ਇਹਨਾਂ ਦੇ ਕੋਲ ਵਾਜ਼ ਔਰ ਨਸੀਹਤ ਇਹਦਾ ਆਨਸਰ ਵੀ ਨਜ਼ਰ ਆਉਂਦਾ ਹੈ। ਔਰ ਇਸ ਬਾਰੇ ਉਹ ਗੱਲ ਕਰਦੇ ਹੋਏ ਇੱਕ ਬੜੀ ਖੂਬਸੂਰਤ ਮਿਸਾਲ ਲੈਂਦੇ ਨੇ ਕਿ ਹੁਸਨ ਮਹਿਮਾਨ ਨਹੀਂ ਘਰ ਬਾਰੀ, ਕੀ ਉਸ ਦਾ ਫਰਮਾਣਾ, ਰਾਤੀ ਲੱਥਾ ਆਨ ਸੁਤੋਈ, ਫਜਰੀ ਕੂਚ ਬੁਲਾਣਾ, ਸੰਗ ਦੇ ਸਾਥੀ ਲੱਦੀ ਜਾਂਦੇ, ਅਸਾਂ ਵੀ ਸਾਥ ਲਦਾਣਾ, ਹੱਥ ਨਾ ਆਵੇ ਫੇਰ ਮੁਹੰਮਦ ਜਾਏ ਵਕਤ ਵਿਹਾਣਾ। ਮਜਮੂਈ ਤੌਰ 'ਤੇ ਅਗਰ ਅਸੀਂ ਵੇਖੀਏ ਤੇ ਮੀਆਂ ਮੁਹੰਮਦ ਬਖਸ਼ ਰਹਿਮਤੁल्लाह अलैह ना सिर्फ एक बहुत बड़े बुजुर्ग ने, बहुत नेक शख्सियत ने, बल्कि अपने दौर दे एक बहुत बड़े शायर ने। और अपनी शायरी विच उन्होंने एक अकलो दानिश, मुहब्बत और अखलाक बारे तो उन्होंने शेर जड़े ने और बहुत ही कीमती अशार ने। ये सारे गुण सानू उन्होंने शायरी दे विच जगह जगह नज़र आते हैं। बहुत ही खूबसूरती दे नाल उन्होंने जिंदगी दियाँ हकीकतां जिहड़ियां ने वो साडे सामने रखियां ने। और ये हकीकतां ऐसियां ने जिन्हां नूं ना उदों किसी ने झुटलाया ते ना अज ये झुटलाइयां जा सकदियां ने। ये वो सच्चाइयां ने जिहड़ियां हर दौर दे विच साबित ही रहियां ने और कोई इन्हां नूं झुटला नहीं सकिया। ये मियाँ मुहम्मद बख्श होरां दी हयाती और उन्हां दी शायरी दा एक मजमूआ कह लो या एक अजमाली जायज़ा असीं तुहाडे सामने पेश कीता। तुसीं इस नूं ज़ुबानी याद करना है एग्जाम के हवाले नाल। अगले लैक्चर दे विच असीं इंशाअल्लाह दूसरे किसी शायर बारे गल करांगे।